ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾ ਬਾਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਹਾਥ ਜੋੜ ਕੇ ਬਚਨ ਬਖਾਨੇ। ਇਹ ਤਿੰਨੋਂ ਦੁਸਤਰ ਮੈਂ ਜਾਣੇ। ਹੋਏ ਆਵਤ ਇੱਕ ਪਾਸ ਨ ਮੇਰੇ। ਕਰੇ ਜੇ ਨਰ ਸੇ ਧਨ ਵਡੇਰੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਥ ਜੋੜ ਕੇ ਬਚਨ ਬਖਾਨੇ। ਇਹ ਤਿੰਨੋਂ ਦੁਸਤਰ ਮੈਂ ਜਾਣੇ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਪਿਛਲੇ ਪ੍ਰਕਰਨਾਂ ਦੇ ਅੰਦਰ ਕੱਲ੍ਹ ਜਿਵੇਂ ਆਪ ਜੀ ਨੇ ਸਰਵਣ ਕੀਤਾ ਸੀ ਕਿ ਇੱਕ ਮਨੁੱਖ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਇਆ, ਆ ਕੇ ਪੁੱਛਿਆ ਕਿ ਸਤਿਗੁਰੂ ਜੀ ਮੈਂ ਸਿੱਖੀ ਧਾਰਨ ਕਰਾਂ ਜਾਂ ਮੈਂ ਫਕੀਰ ਬਣ ਜਾਵਾਂ ਕਿ ਜਾਂ ਗ੍ਰਸਤੀ ਧਾਰਨ ਕਰਾਂ। ਔਰ ਗੁਰੂ ਸਾਹਿਬ ਜੀ ਨੇ ਉਹਦੇ ਮਨ ਦੇ ਸ਼ੰਕਾ ਦੂਰ ਕਰਨ ਵਾਸਤੇ ਭੇਜਿਆ ਸੀ ਕਿ ਜੇ ਸਿੱਖ ਬਣਨਾ ਤਾਂ ਉਸ ਸਿੱਖ ਦੀ ਤਰ੍ਹਾਂ ਬਣੀ ਜਿਹੜਾ ਆਪਣਾ ਸਾਰਾ ਕੁਛ ਇਸ ਤੱਕ ਜੇ ਧੀ ਵੀ ਵੇਚ ਕੇ ਗੁਰੂ ਦਾ ਹੁਕਮ ਪੂਰਾ ਕਰਨਾ ਪਵੇ ਤਾਂ ਕਰਦਾ ਹੈ। ਜੇ ਬੈਰਾਗੀ ਬਣਨਾ ਹੈ, ਫਕੀਰ ਬਣਨਾ ਤਾਂ ਉਸ ਫਕੀਰ ਦੀ ਤਰ੍ਹਾਂ ਬਣੀ ਜਿਵੇਂ ਰਾਹ ਦੇ ਵਿੱਚ ਫਕੀਰ ਨੂੰ ਕੋਈ ਦਸਾਲਾ ਦੇ ਗਿਆ, ਫਕੀਰ ਉਸੇ ਤਰ੍ਹਾਂ ਬੈਠਾ, ਉਹੀ ਦਸਾਲਾ ਕੋਈ ਦੂਸਰਾ ਚੁੱਕ ਕੇ ਲੈ ਗਿਆ ਤੇ ਫਕੀਰ ਨੂੰ ਫਿਰ ਵੀ ਫਰਕ ਨਹੀਂ ਪਿਆ। ਜੇ ਗ੍ਰਸਤੀ ਬਣਨਾ ਤਾਂ ਉਸ ਕਬੂਤਰ ਤੇ ਕਬੂਤਰੀ ਤੋਂ ਸਿੱਖਿਆ ਲੈ ਕਿ ਘਰ ਵਿੱਚ ਆਇਆ ਹੋਇਆ ਕੋਈ ਵੀ ਭੁੱਖਾ ਨਾ ਜਾਵੇ, ਉਹਦੇ ਵਾਸਤੇ ਭਾਵੇਂ ਕੁਝ ਵੀ ਕਰਨਾ ਪਏ। ਗ੍ਰਸਤੀ ਦੇ ਘਰ ਆਇਆ ਹੋਇਆ ਕੋਈ ਖਾਲੀ ਨਾ ਮੁੜੇ। ਹੁਣ ਇਹ ਸਾਰਾ ਕੁਝ ਵੇਖ ਕੇ ਸਮਝ ਕੇ ਜਦੋਂ ਗੁਰੂ ਸਾਹਿਬ ਜੀ ਨੇ ਸਮਝਾਇਆ ਵੀ ਤਿੰਨਾਂ 'ਚ ਤੂੰ ਵੇਖ ਤੂੰ ਕੀ ਕਰਨਾ ਹੈ, ਹੱਥ ਜੋੜ ਕੇ ਹੁਣ ਅੱਗੇ ਕਹਿ ਰਿਹਾ ਹੈ ਹਾਥ ਜੋੜ ਕੇ ਬਚਨ ਬਖਾਨੇ। ਇਹ ਤਿੰਨੋਂ ਦੁਸਤਰ ਮੈਂ ਜਾਣੇ। ਕਹਿੰਦਾ ਸਤਿਗੁਰੂ ਜੀ ਇਹ ਤੇ ਤਿੰਨੇ ਮੈਂ ਦੇਖੇ, ਤਿੰਨੇ ਬੜੇ ਔਖੇ ਨੇ। ਨਾ ਤੁਹਾਡੀ ਮੈਂ ਸਿੱਖੀ ਕਮਾ ਸਕਾਂ, ਨਾ ਇਸ ਤਰ੍ਹਾਂ ਦਾ ਫਕੀਰ ਬਣਿਆ ਜਾ ਸਕਦਾ ਹੈ। ਤੇ ਜਿਵੇਂ ਦਾ ਗ੍ਰਸਤੀ ਤੁਸੀਂ ਕਹਿੰਦੇ ਹੋ, ਉਹਦਾ ਗ੍ਰਸਤੀ ਬਣਨਾ ਬੜਾ ਔਖਾ ਹੈ। ਹੋਏ ਆਵਤ ਇੱਕ ਪਾਸ ਨ ਮੇਰੇ। ਕਰੇ ਜੇ ਨਰ ਸੇ ਧਨ ਵਡੇਰੇ। ਇਹ ਹੱਥ ਜੋੜ ਕੇ ਕਹਿੰਦਾ ਕਿ ਸਤਿਗੁਰੂ ਜੀ ਇਹਨਾਂ ਤਿੰਨਾਂ ਵਿੱਚੋਂ ਮੇਰੇ ਤੋਂ ਕੁਝ ਵੀ ਨਹੀਂ ਹੋਣਾ। ਤਿੰਨਾਂ ਦੇ ਵਿੱਚੋਂ ਮੈਂ ਤਾਂ ਕੋਈ ਵੀ ਕੰਮ ਕਰਨ ਜੋਗਾ ਨਹੀਂ। ਤੇ ਉਹ ਧਨ ਨੇ ਜਿਹੜੇ ਇਹ ਤਿੰਨੇ ਕੰਮ ਭਾਵੇਂ ਅੱਡੋ ਅੱਡ ਕਰਦੇ ਨੇ। ਔਰ ਸਤਿਗੁਰੂ ਜੀ ਕਹਿੰਦੇ ਗੁਰੂ ਕਾ ਸਿੱਖ ਤੇ ਤਿੰਨੇ ਕਰਦਾ ਹੈ। ਜਿਹੜਾ ਸਿੱਖ ਹੈ ਉਹ ਗ੍ਰਸਤੀ ਵੀ ਹੈ, ਜਿਹੜਾ ਸਿੱਖ ਹੈ ਉਹ ਫਕੀਰ ਵੀ ਹੈ। ਸਿੱਖ ਤੇ ਉਹ ਹੈ ਹੀ। ਤੇ ਸਤਿਗੁਰੂ ਜੀ ਜਿਹੜੇ ਇਕੱਲੇ ਇਕੱਲੇ ਵੀ ਕੰਮ ਕਰਦੇ ਨੇ, ਜਿਹਨਾਂ ਨੇ ਕੇਵਲ ਸਿੱਖੀ ਧਾਰਨ ਕੀਤੀ, ਜਿਹੜੇ ਕੇਵਲ ਫਕੀਰ ਬਣ ਗਏ, ਜਿਹੜੇ ਕੇਵਲ ਗ੍ਰਸਤੀ ਨੇ ਕਿਰਤ ਕਰਦੇ ਨੇ,
ਔਰ ਧਰਮ ਨੂੰ ਕਮਾਉਂਦੇ ਨੇ ਸਾਰੇ ਧਨ ਨੇ। ਔਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਭਾਵੇਂ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦਾ ਭਾਵੇਂ ਬਚਨ ਹੈ। ਇਹ ਸਿੱਖ ਕਹਿ ਰਿਹਾ ਕਿ ਸਤਿਗੁਰੂ ਸਿੱਖਾਂ ਦੇ ਵੱਡੇ ਭਾਗ ਨੇ ਜਿਹੜੇ ਤਿੰਨੇ ਕਰਮ ਕਰ ਰਹੇ ਨੇ, ਪਰ ਮੇਰੇ ਵੱਲੋਂ ਕੋਈ ਕਰਮ ਨਹੀਂ ਹੋਣਾ, ਕਰ ਹੀ ਨਹੀਂ ਸਕਦਾ। ਜਾ ਤਪ ਮੋਤੇ ਹੋਏ ਨਾ ਆਏ, ਤਦ ਪੇ ਮੈਂ ਰਾਵਰ ਸ਼ਰਨ ਆਏ। ਪਰ ਇਹਦੇ ਅੰਦਰ ਦੀ ਸ਼ਰਧਾ ਇੰਨੀ ਬਣੀ ਹੈ ਕਿ ਸਤਿਗੁਰ ਜੀ ਇਹਨਾਂ ਤਿੰਨਾਂ ਦੇ ਵਿੱਚੋਂ ਭਾਵੇਂ ਮੈਂ ਕੁਝ ਵੀ ਨਹੀਂ ਕਰਨ ਜੋਗਾ, ਪਰ ਫਿਰ ਵੀ ਸ਼ਰਨ ਤੇ ਤੁਹਾਡੀ ਵਿੱਚ ਆਇਆ ਹਾਂ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਬਚਨ ਹੈ, ਇਸੇ ਤਰ੍ਹਾਂ ਨਿਮਰਤਾ ਦੇ ਵਿੱਚ ਸਮਝਾਉਂਦਿਆਂ ਹੋਇਆ। ਹਮ ਗਿਆਨਹੀਨ ਅਗਿਆਨੀ, ਕਿਉਂ ਚਾਲੈ ਗੁਰ ਚਾਲੀ। ਸਾਡੇ ਕੋਲ ਗਿਆਨ ਵਾਲੀਆਂ ਅੱਖਾਂ ਨਹੀਂ, ਤੇ ਗੁਰੂ ਦੇ ਚਾਲ, ਗੁਰੂ ਦੇ ਦੱਸੀ ਹੋਈ ਮਰਿਆਦਾ ਤੇ ਅਸੀਂ ਚੱਲੀਏ ਕਿਵੇਂ? ਭਾਵ ਕਿ ਸਾਡੇ ਤੋਂ ਤਾਂ ਨਹੀਂ ਚੱਲਿਆ ਜਾਂਦਾ। ਔਰ ਨਾਲ ਹੀ ਬੇਨਤੀ ਕਰ ਦਿੱਤੀ ਹੈ ਤੇ ਅਸੀਂ ਅੰਨੇ, ਗਿਆਨ ਵਾਲੀਆਂ ਅੱਖਾਂ ਤੇ ਕੋਈ ਨਹੀਂ। ਪਰ ਸਤਿਗੁਰ ਦੇ ਤੁਹਾਡੀ ਸ਼ਰਨ ਵਿੱਚ ਆਏ ਆ, ਘੱਟੋ ਘੱਟ ਤੁਸੀਂ ਆਪਣਾ ਪੱਲਾ ਫੜਾ ਦਿਓ, ਕਿਉਂਕਿ ਪੱਲਾ ਫੜ ਕੇ ਤੇ ਅੰਨਾ ਬੰਦਾ ਵੀ ਪਿੱਛੇ ਪਿੱਛੇ ਚੱਲ ਸਕਦਾ ਹੈ ਨਾ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਬਸ ਉਵੇਂ ਦੀ ਸਮਝ ਕੇ ਤੇ ਇਹਨੂੰ ਆ ਗਈ ਕਿ ਸਤਿਗੁਰ ਜੀ ਮੈਂ ਤਿੰਨਾਂ ਦੇ ਵਿੱਚੋਂ ਕੁਝ ਨਹੀਂ ਕਰਨ ਜੋਗਾ, ਕਰ ਨਹੀਂ ਸਕਦਾ, ਪਰ ਤੁਸੀਂ ਤਾਂ ਸਮਰੱਥ ਹੋ, ਮੈਂ ਤਾਂ ਤੁਹਾਡੀ ਸ਼ਰਨ ਵਿੱਚ ਆਇਆ। ਆਤਮ ਉਦਾਹਰਣ ਬਿਰਧ ਤੁਮਾਰਾ, ਪਤਿਤ ਪਾਵਨ ਕਹਿ ਜਗ ਸਾਰਾ। ਸਤਿਗੁਰ ਜੀ ਤੁਹਾਡਾ ਤੇ ਬਿਰਧ ਹੈ, ਸ਼ਰਨ ਆਇਆਂ ਦੀ ਲਾਜ ਰੱਖਣਾ। ਸਾਰਾ ਸੰਸਾਰ ਆਪ ਜੀ ਨੂੰ ਪਤਿਤ ਪਾਵਨ ਕਹਿੰਦਾ, ਤੁਹਾਡਾ ਨਾਂ ਹੀ ਪਤਿਤ ਪਾਵਨ ਹੈ। ਮੈਂ ਤਾਂ ਕੁਝ ਨਹੀਂ ਕਰ ਸਕਦਾ, ਪਰ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਪੱਲਾ ਫੜਾ ਦਿਓ, ਤੁਸੀਂ ਤਾਂ ਕਰਵਾ ਸਕਦੇ ਹੋ ਨਾ, ਤੁਸੀਂ ਤਾਂ ਸਮਰੱਥ ਹੋ। ਕਿਰਪਾ ਧਾਰ ਮੇਰੀ ਗਤ ਕੀਜੈ, ਹਉ ਅਸਮਰੱਥ ਬੜੋ ਲਖ ਲੀਜੈ। ਸਤਿਗੁਰੂ ਜੀ ਮੈਂ ਤਾਂ ਕੁਝ ਨਹੀਂ ਕਰਨ ਜੋਗਾ, ਇਹ ਸਮਝ ਲਓ ਕਿ ਸਭ ਤੋਂ ਵੱਡਾ ਅਸਮਰੱਥ ਮੈਂ ਹਾਂ, ਕੋਈ ਸਮਰੱਥਾ ਹੀ ਨਹੀਂ, ਮੈਂ ਕੁਝ ਵੀ ਨਹੀਂ ਕਰ ਸਕਦਾ। ਪਰ ਕਿਰਪਾ ਧਾਰ ਮੇਰੇ ਗਤ ਕੀਜੈ, ਹੁਣ ਮੇਰੇ ਤੇ ਕਿਰਪਾ ਕਰੋ, ਸ਼ਰਨ ਤੁਹਾਡੀ ਵਿੱਚ ਆਇਆ। ਮੇਰਾ ਹੱਥ ਫੜ ਕੇ ਸਤਿਗੁਰੂ ਜੀ, ਮੇਰਾ ਮਨ ਫੜ ਕੇ ਆਪ ਕਿਰਪਾ ਕਰਕੇ ਕਰਵਾ ਲਓ, ਸਿੱਖੀ ਦੀ ਦਾਤ ਬਖਸ਼ੋ। ਸਤਿਗੁਰੂ ਜੀ ਮੈਨੂੰ ਵੀ ਜੀਵਨ ਮੁਕਤ ਕਰੋ ਜਿਵੇਂ ਤੁਹਾਡੇ ਦੂਸਰੇ ਸਿੱਖ ਹੋਏ ਨੇ। ਤਿਹ ਕੇ ਬਿਨੈ ਸੁਣੀ ਜਬ ਕਾਨਾ, ਸਿਰ ਮੁਕਤੇ ਪੁਨ ਬਚਨ ਬਖਾਨਾ। ਹੁਣ ਇਹ ਸਿੱਖ ਨੇ ਜਿਹੜੇ ਢੰਗ ਦੇ ਨਾਲ ਨਿਮਰਤਾ ਵਿੱਚ ਬੇਨਤੀ ਕੀਤੀ ਹੈ, ਅਸਲ ਵਿੱਚ ਇਹ ਬੇਨਤੀ, ਇਹ ਅਰਦਾਸ ਹੀ ਹੈ ਕਿ ਜਿਹੜੇ ਸਿੱਖਾਂ ਦੇ ਸੀਸ ਦੇ ਦਿੱਤੇ, ਔਰ ਵੱਡੇ ਸਾਹਿਬਜ਼ਾਦਿਆਂ ਦਾ ਕੱਲ੍ਹ ਸ਼ਹੀਦੀ ਦਿਹਾੜਾ ਵੀ, ਭਾਵੇਂ ਇਹ ਵਿਚਾਰਾ ਸਵੇਰ ਦੇ ਦੀਵਾਨਾਂ ਵਿੱਚ ਆਪਾਂ ਕਰ ਰਹੇ ਹਾਂ, ਪਰ ਇਹ ਗੁਰੂ ਦੀ ਕਿਰਪਾ ਹੀ ਹੈ ਨਾ ਕਿ ਉਹ 40 ਜਿਹੜੇ ਕਈ ਦਿਨ ਤੋਂ ਕੁਝ ਛਕਣ ਵਾਸਤੇ ਨਹੀਂ ਮਿਲਿਆ, ਇੱਕ ਰਾਤ ਕੇਵਲ ਕੁਝ ਛਕਣ ਨਹੀਂ ਮਿਲਿਆ, ਤੇ ਅਗਲੇ ਦਿਨ ਚਮਕੌਰ ਦੀ ਗੜੀ ਦੇ ਵਿੱਚ ਹਾਸਾ ਹੱਸ ਕੇ ਆਉਂਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਤੋਰੋ। ਔਰ ਇਹ ਅਰਦਾਸ ਬੇਨਤੀ ਕਰਦੇ ਨੇ ਕਿ ਸਤਿਗੁਰੂ ਜੀ ਅਸੀਂ ਤੇਰੇ ਦਰ 'ਤੇ ਆਏ ਇਸ ਕਰਕੇ ਹਾਂ, ਕਿਉਂਕਿ ਦਰ 'ਤੇ ਆਉਣ ਤੋਂ ਪਹਿਲੋਂ ਪੜ੍ਹਿਆ ਸੀ, ਜੋ ਤੂੰ ਪ੍ਰੇਮ ਖਿਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ। ਔਰ ਦੇਖੋ ਉਹ ਸਿੱਖੀ ਠੀਕ ਸੀ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਿਲਕੁਲ ਸਪਸ਼ਟ ਕਿਹਾ ਸੀ ਭਈ ਤੇਰੇ ਰੁਪਈਏ ਦੀ ਲੋੜ ਨਹੀਂ, ਇੱਥੇ ਤੇ ਸਿਰ ਭੇਟਾ ਕਰ ਸਕਣਾ ਤੇ ਫਿਰ ਪੈਰ ਰੱਖੀ। ਸਤਿਗੁਰੂ ਜੀ ਕਿਰਪਾ ਕਰਨ ਕਰ ਉਹ ਸਿੱਖ ਨੇ ਸਿੱਖੀ ਦੀ ਦਾਤ ਮੰਗੀ, ਔਰ ਇੰਨੀ ਨਿਮਰਤਾ ਦੇ ਵਿੱਚ ਮੰਗੀ। ਸਿੱਖੀ ਹੈ ਤੇ ਸੌਖੀ ਨਹੀਂ ਕਮਾਉਣੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਦੇਖੋ ਸਦੀਆਂ ਪਹਿਲੋਂ ਕਹਿ ਦਿੱਤਾ ਸੀ ਕਿ ਭਗਤਾਂ ਕੀ ਚਾਲ ਨਿਰਾਲੀ ਜਾਓ। ਉਹ ਸ਼ਬਦ ਜੇ ਆਪਾਂ ਆਪਣੇ ਤੇ ਟਿਕਾਉਣੇ ਹੋਣ ਤੇ ਸਿੱਖਾਂ ਦੀ ਚਾਲ ਵੀ ਬਿਲਕੁਲ ਉਸੇ ਤਰ੍ਹਾਂ ਦੀ ਨਿਰਾਲੀ ਹੈ। ਕਿਵੇਂ ਦੀ ਨਿਰਾਲੀ ਹੈ? ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ।
ਇਹ ਜਿਹੜੇ ਮਾਰਗ 'ਤੇ ਚੱਲਣਾ ਨਾ ਹੈ ਬੜਾ ਵਿਖਮ। ਅਤੇ ਜਦੋਂ ਧੰਨ ਗੁਰੂ ਅਮਰਦਾਸ ਜੀ ਨੂੰ ਪੁੱਛੀਏ ਕਿੰਨਾ ਕੁ ਵਿਖਮ, ਅਤੇ ਸਾਨੂੰ ਆਨੰਦ ਸਾਹਿਬ ਦੀ ਬਾਣੀ ਵਿੱਚ ਰੋਜ਼ ਸਮਝਾਉਂਦੇ ਨੇ, ਕਹਿੰਦੇ ਖੰਨੋ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਪਈ ਸਿੱਖੀ ਇਹ ਹੈ, ਇਸ ਮਾਰਗ 'ਤੇ ਚੱਲ ਸਕਣਾ ਤੇ ਪੈਰ ਰੱਖੀ। ਪਰ ਇਹ ਭਾਗਾਂ ਵਾਲਾ ਸੀ, ਸਤਿਗੁਰੂ ਜੀ ਮੇਰੇ ਤੋਂ ਚੱਲਿਆ ਤੇ ਨਹੀਂ ਜਾਣਾ, ਪਰ ਜੇ ਤੁਸੀਂ ਕਿਰਪਾ ਕਰੋ ਤਾਂ ਕੀ ਨਹੀਂ ਕਰ ਸਕਦੇ, ਚਲਾ ਸਕਦੇ ਹੋ, ਮੇਰੀ ਬਾਹ ਫੜ ਕੇ ਚਲਾ ਸਕਦੇ ਹੋ। ਜਦੋਂ ਇਹ ਸਿੱਖੀ ਦੇ ਦਾਤ ਇੰਨੀ ਭਾਵਨਾ ਦੇ ਨਾਲ ਮੰਗੀ, ਤੇ ਕੀ ਬਿਨਾਂ ਸੁਣੀ ਜਬ ਕਾਨਾ ਸਿਰ ਮੁਖ ਤੇ ਪੁਨ ਬਚਨ ਬਖਾਨਾ। ਇਸ ਸਿੱਖ ਦੀ ਭਾਵਨਾ ਵਾਲੀ ਬੇਨਤੀ ਸੁਣ ਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਫਿਰ ਬਚਨ ਕੀਤੇ, ਹੈ ਵੋ ਨਿਸਕਪਟ ਧਰਮ ਕ੍ਰਿਤ ਕਰੀਏ। ਭਾਈ ਜੇ ਸਿੱਖ ਬਣਨਾ ਨਾ, ਕਿਸੇ ਤਰ੍ਹਾਂ ਦਾ ਅੰਦਰ ਕਪਟ ਨਾ ਰੱਖੀ। ਹੈਵ ਨਿਸਕਪਟ ਧਰਮ ਕ੍ਰਿਤ ਕਰੀਏ, ਧਰਮ ਦੀ ਕਿਰਤ ਕਰਨੀ ਹੈ, ਕਿਉਂਕਿ ਗ੍ਰਸਤੀ ਵਾਸਤੇ ਜ਼ਰੂਰੀ ਹੈ ਕਿਰਤ ਕਰੇ। ਸਤਿਗੁਰੂ ਜੀ ਦਾ ਸਿਧਾਂਤ ਇਹ ਹੈ ਵੀ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਕੇ ਛਕਣਾ। ਕਿਰਤ ਕਰੇਗਾ, ਹੱਥ ਵਿੱਚ ਕੁਝ ਹੋਵੇਗਾ ਤੇ ਕਿਸੇ ਨੂੰ ਕੁਝ ਦੇਂਗਾ ਨਾ। ਗ੍ਰਸਤੀ ਦੇ ਵਿੱਚ ਰਹਿਣਾ ਹੈ, ਫਿਰ ਕਿਰਤ ਕਰ ਔਰ ਧਰਮ ਦੀ ਕਰਨੀ ਹੈ, ਕਪਟ ਨਹੀਂ। ਗਰਭ ਹਿਰਦੈ ਕੋ ਸਭ ਪਰ ਹਰਿਏ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਸਮਝਾਇਆ ਵੀ ਹੈ ਵੀ ਸਿੱਖ ਨੇ ਕਿਰਤ ਕਰਨੀ ਹੈ, ਵਿਹਲੇ ਨਹੀਂ ਬੈਠਣਾ। ਕੇਵਲ ਇਹ ਨਹੀਂ ਕਹਿਣਾ ਕਿ ਸਤਿਗੁਰੂ ਜੀ ਅਸੀਂ ਬਾਣੀ ਪੜ੍ਹੀ ਹੈ ਕਿ ਦੋ ਸਿਰ ਮੰਗੂ ਘਿਓ ਪਾਓ ਘਿਓ ਸੰਗ ਲੂਣਾ। ਹੁਣ ਇਹ ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਣਾ, ਬਾਬਾ ਕਬੀਰ ਜੀ ਕਹਿੰਦੇ ਮੰਗ ਤੇ ਮੈਂ ਰਿਹਾ ਹਾਂ, ਪਰ ਇਹ ਅਰਦਾਸ ਬੇਨਤੀ ਮੈਂ ਵਿਹਲੇ ਬਹਿ ਕੇ ਨਹੀਂ ਲੈਣਾ ਚਾਹੁੰਦਾ, ਕਰਾਂਗਾ ਆਪਣੀ ਕਿਰਤੀ। ਪਰ ਇੰਨੀ ਕੁ ਘੱਟੋ ਘੱਟ ਕਿਰਤ ਕਰ ਸਕਾਂ ਕਿ ਕੁਝ ਮਿਲ ਜੇ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿਰਤ ਵਿਰਤ ਕਰ ਧਰਮ ਦੀ, ਖੱਟ ਖਡਾਵਣ ਕਾਰ ਕਰੇ ਹੀ। ਗ੍ਰਸਤੀ ਨੇ ਇਹ ਕਰਨਾ ਹੈ, ਗੁਰੂ ਕਾ ਸਿੱਖ ਹੈ। ਸਤਿਗੁਰੂ ਕਹਿੰਦੇ ਵੀ ਧਰਮ ਦੀ ਕਿਰਤ ਕਰਨੀ ਹੈ, ਵੰਡ ਕੇ ਛਕਣਾ ਹੈ। ਫਿਰ ਅੰਦਰ ਜਿੰਨਾ ਵੀ ਹੰਕਾਰ ਹੈ, ਗਰਭ ਹਿਰਦੇ ਕੋ ਸਭ ਪਰ ਹਰੀਏ। ਅੱਜ ਤੂੰ ਉਹ ਹੰਕਾਰ ਗਰਭ ਅੰਦਰ ਦਾ ਮਾਣ ਜਿਹੜਾ ਇੱਕ ਪਾਸੇ ਕੱਢ ਕੇ ਸੁੱਟ ਦਿਓ। ਸਿੱਖਣ ਸੇਵ ਕਰੋ ਮਨ ਨੀਵੇਂ, ਸਣਾ ਸਣਾ ਤੇਰੀ ਗਤ ਥੀਵੇਂ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜੇ ਸਿੱਖ ਬਣਨਾ ਨਾ, ਫਿਰ ਸਿੱਖਾਂ ਦੀ ਸੇਵਾ ਕਰਿਆ ਕਰ, ਕਿਉਂਕਿ ਸਿੱਖਾਂ ਦੀ ਸੇਵਾ ਕਰ ਕਰਕੇ ਹੌਲੀ ਹੌਲੀ ਤੇਰਾ ਮਨ ਵੀ ਨੀਵਾਂ ਹੋਵੇਗਾ। ਉਹ ਸਿੱਖਾਂ ਵਾਲੀ ਗਤੀ ਤੇਰੀ ਵੀ ਬਣੇਗੀ, ਤੇਰੀ ਅਵਸਥਾ ਵੀ ਬਣੇਗੀ, ਸਿੱਖੀ ਤੇਰੇ ਕੋਲ ਵੀ ਆਏਗੀ। ਸੁਣ ਉਪਦੇਸ਼ ਕਰਨ ਸੋ ਲਾਗਾ, ਸੇਵਾ ਬਿਕੈ ਬੜੋ ਅਨੁਰਾਗਾ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸਿੱਖ ਨੇ ਲਿਆ ਹੈ, ਔਰ ਫਿਰ ਉਸੇ ਤਰ੍ਹਾਂ ਕਰਨ ਲੱਗਿਆ। ਇਹ ਆਪਣੀ ਦਸਾਂ ਨੌਹਾਂ ਦੀ ਕਿਰਤ ਕਰਦਾ ਹੈ, ਆਏ ਗਏ ਸਿੱਖ ਦੀ ਸੇਵਾ ਕਰਦਾ ਹੈ। ਸਿੱਖਾਂ ਦੀ ਜਿੱਥੇ ਸੰਗਤ ਹੋਵੇ ਧਰਮਸ਼ਾਲਾ ਦੇ ਵਿੱਚ ਚੱਲ ਕੇ ਜਾਂਦਾ ਹੈ, ਔਰ ਬੜੇ ਪ੍ਰੇਮ ਭਾਵਨਾ ਨਾਲ ਫਿਰ ਸੰਗਤ ਦੀ ਸੇਵਾ ਕਰਦਾ ਹੈ। ਸਮਾਂ ਪਾਏ ਸਿਮਰਨ ਸਤਨਾਮ, ਲਿਵ ਲਾਗੇ ਮਤ ਪੀ ਅਬਿਰਾਮ। ਔਰ ਜਿਹੜਾ ਕਹਿੰਦਾ ਸੀ ਤਿੰਨਾਂ ਵਿੱਚੋਂ ਮੇਰੇ ਕੋਲ ਕੁਝ ਵੀ ਨਹੀਂ ਹੋ ਸਕਦਾ, ਸਮਾਂ ਪਾ ਕੇ ਸਤਨਾਮ ਵਾਹਿਗੁਰੂ ਦੇ ਵਿੱਚ ਐਸੀ ਲਿਵ ਲੱਗੀ, ਗੁਰੂ ਸਾਹਿਬ ਦੇ ਦੱਸੇ ਹੋਏ ਤਿੰਨੇ ਬਚਨੇ ਕਮਾਉਣ ਲੱਗਿਆ। ਦੇਖੋ ਜਿੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਇਹ ਕਹਿਣਾ, ਲੋਕਾਂ ਨੇ ਵਰਨ ਵੰਡ ਕੀਤੀ। ਬ੍ਰਾਹਮਣ ਨੇ ਕਹਿ ਦਿੱਤਾ ਕਿ ਮੇਰਾ ਕੰਮ ਕੇਵਲ ਬ੍ਰਾਹਮਣ ਦਾ ਧਾਰਮਿਕ ਗ੍ਰੰਥ ਸ਼ਲੋਕ ਜਿਹੜੇ ਪੜ੍ਹਨੇ ਤੇ ਪੜ੍ਹ ਕੇ ਸੁਣਾਉਣੇ, ਜਾਂ ਪੜ੍ਹਨੇ ਤੇ ਪੜ੍ਹਾਉਣੇ। ਔਰ ਗੁਰੂ ਕਾ ਸਿੱਖ ਵੀ ਕਰਮ ਕਰਦਾ ਹੈ, ਗੁਰੂ ਕਾ ਸਿੱਖ ਬਾਣੀ ਪੜ੍ਹਦਾ ਵੀ ਹੈ, ਪੜ੍ਹਾਉਂਦਾ ਵੀ ਹੈ। ਜੇ ਉਹ ਮਨੂ ਸਿਮਰਤੀ ਵਾਲੇ ਨੇ ਇਹ ਕਹਿ ਦਿੱਤਾ ਸੀ ਜਿਹੜਾ ਖੱਤਰੀ ਹੈ ਉਹਦਾ ਕੰਮ ਕੇਵਲ ਜੰਗ ਦੇ ਵਿੱਚ ਜੂਝਣਾ, ਮਰ ਜਾਣਾ ਜਾਂ ਮਾਰ ਦੇਣਾ। ਗੁਰੂ ਕਾ ਸਿੱਖ ਵੀ ਕਰਮ ਕਰਦਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਸਾਹਿਬ ਦਿੱਤੀ, ਔਰ ਅੱਜ ਦੇ ਇਹ ਦਿਨ ਸਾਨੂੰ ਵਿਖਾਉਂਦੇ ਨੇ ਕਿ ਗੁਰੂ ਕੇ ਸਿੱਖ ਵਰਗਾ ਛਤਰੀ ਦੁਨੀਆ ਦੇ ਵਿੱਚ ਕੋਈ ਨਹੀਂ ਹੋ ਸਕਦਾ। ਜੇ ਉਹਨਾਂ ਨੇ ਇਹ ਮਿਥਿਆ ਸੀ
कि जिहड़ा वैश्य है वो केवल दूजिਆਂ की सेवा करे, वो किरत करे। गुरु का सिख किरत भी करता है। शूद्र नूं उन्होंने कह दिता सी दूजिਆਂ की सेवा करनी है, और गुरु का सिख भी कर्म करता है। गुरु घर विच आया होवे, किते होवे, गुरु के सिख नूं लगदा होवे कि लोड़वंद है, गुरु का सिख उनकी सेवा करता है। गुरु का सिख फिर बिना किसी वितकरे तो सब दे बर्तन भी धोंदा है, वो जोड़े भी साफ करता है। हुण ये उन्होंने तो वंड पाई सो आपो अपने धर्म मिथ ले, पर गुरु का सिख सतगुरु जी कहते हैं गुरु का सिख ये सारे कर्म करता है। भाई शरीर एक है, गुण सारे ही है। हुण सतगुरु जी ने कृपा करके उत्थे समझाया भी ये तू तिन्ने की तिन्ने गुरु साहब का सिख चारे कर्म करता है। गुरु साहब का उपदेश सुनिया, बिल्कुल उस उपदेश से फिर चलन लग्या। मुकत उचित पासरी गुर करुणा। हाँ, उन्होंने ये मित मन ली सी, दूजिਆਂ ਨੂੰ मना भी दी, दूजिਆਂ के मना च बिठा भी दी कि मरण तो बाद कोई मुक्ति मिलती है। पर गुरु के सिख नूं ये समझ आ गई, गुरु ने समझा दिता कि भगत नामदेव जी सदियां पहलों कह गए सी कि मरिया होया वाली मुक्ति सानू नहीं चाहिए। मुए हुए जो मुक्त देहोगे मुक्त ना जाने कोई ला। गुरु का सिख तो जिउंदिया मुक्त हुंदा है। ये जीवन मुक्ति इस सिख नूं मिली, तो मुक्ति लैनी किंदे तो ये भी समझ लग गई। मुक्ति चाहिए सी मोह तो, मुक्ति चाहिए सी लोभ तो, मुक्त होना से हंकार तो, काम तो। ये काम क्रोध लोभ मोह हंकार इन्होंने पंजे महाबलियां नूं बन के रख लिया। गुरु का सिख जीवत मुक्ति जिन्हों कहते हैं, ये मुक्ति इन्हें पाई। मुक्त उचित पासरी गुर करना। छुट्टियो कष्ट जग जन्म मरना। संसार दे विच जिहड़ा जमना मरण वाला दुख है ये कट्टिया गया। इस प्रकार को दे उपदेशा। मनोज उधारे श्री जगतेशा। कविराज इस अध्याय को खत्म करते हुए अखीर ते लिखते हैं कि इस तरह धन गुरु नानक देव सच्चे पातशाह जी करतारपुर साहिब की पावन धरती ते ने सिख इत्थे हुंदे ने, एक नहीं अनेकां नूं इसे तरह उपदेश दिंदे ने, अनेकां दा ही भला कीता, अनेकां नूं इस भावसागर तो उतारिया। चौपाई सुन सिरे तिहन कुल उजियारा। प्रभु बराजे पुर करतारा। कविराज कवि संतोख सिंह जी अगला अध्याय शुरू करते लिखते हैं कि भाई बाला जी धन गुरु अंगद देव सच्चे पातशाह जी को कथा सुना रहे हैं कि हे सतगुरु धन गुरु अंगद देव सच्चे पातशाह जी जगत गुरु परिपूर्ण परमात्मा आप धन गुरु नानक साहब जी करतारपुर साहब की पावन धरती से विराजमान सन। एक दिन बहर बिरछ के साया। बैठ रहे गुरु सहज सुभाया। कहते एक दिन सतगुरु जी करतारपुर साहब तो बाहर निकले। भाई बाला जी कहते मैं नाल सा। किते दूर जाके सतगुरु जी एक रुख की छां के थले बैठे और सह सुभा आराम के नाल बैठे हुए। बारिक अजा चरावते आवा। जगन लगे जिह भाग सुहावा। तो भाई बाला जी सुना रहे ने कि सतगुरु जी एक बालक जिहड़ा है बच्चा बकरियां चारदा सी, वो गुरु साहब के नेड़े आया और नेड़े क्या है असल में भाई बाला जी कहते हैं भाग चंगे सन कि अज वो भाग जागन लगे ने, इस करके गुरु साहब के नेड़े आया। तेह बलोक बोले गतदाई। आनो बाले बाल बुलाई। उस बच्चे नूं वेख के धन गुरु नानक देव सच्चे पातशाह कहते हैं भाई बालिया, कहते इस बच्चे नूं बुला के ते लिया। ये बच्चा 12 कुछ साल की उम्र है, इनू बुला के लिया और बेनती करते ये बालक कोई होर नहीं, ये धन बाबा बुढ़ा साहब जी ने।
ਜਿਨ੍ਹਾਂ ਨੇ ਪਹਿਲੀ ਵਾਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਹੁਣ ਮਿਲਣਾ ਹੈ। ਮੈਂ ਗਮਨਿਓ ਜਹ ਅਜਾ ਚਰਾਵਤ, ਕਹਿਓ ਬਾਲ ਤੁਝ ਤਬਾ ਬੁਲਾਵਤ। ਭਾਈ ਬਾਲਾ ਜੀ ਕਹਿੰਦੇ ਮੈਂ ਗੁਰੂ ਸਾਹਿਬ ਦਾ ਹੁਕਮ ਲੈ ਕੇ ਗਿਆ ਬੱਚੇ ਦੇ ਕੋਲ, ਤੇ ਜਾ ਕੇ ਕਿਹਾ ਕਿ ਇਹ ਬਾਲਕ ਬੱਚੇ ਤੈਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਬੁਲਾ ਰਹੇ ਨੇ। ਕਿਸ਼ਕ ਕਹਿਤ ਸੁਣੀਏ ਟਿਕ ਆਈ, ਬਹੁਰੋ ਅਜਾ ਚਰਾਵ ਹੋ ਜਾਈ। ਕਿ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਨੇ, ਕਿ ਜਾ ਕੇ ਉਹਨਾਂ ਦੀ ਗੱਲ ਕੁਝ ਸੁਣੋ, ਕੁਝ ਦੱਸੋ। ਫਿਰ ਆ ਕੇ ਆਪਣੀਆਂ ਬੱਕਰੀਆਂ ਭੇਡਾਂ ਫਿਰ ਸੰਭਾਲ ਲਈ। ਸੁਣ ਬਾਲਕ ਆਵਾ ਸੰਗ ਮੇਰੇ, ਹਰਖਿਓ ਪ੍ਰਭ ਕੋ ਦਰਸ਼ਨ ਹੇਰੇ। ਭਾਈ ਬਾਲਾ ਜੀ ਕਹਿੰਦੇ ਨੇ ਇਹ ਸੁਣ ਕੇ ਬਾਲਕ ਉਸੇ ਵੇਲੇ ਮੇਰੇ ਨਾਲ ਚੱਲ ਪਿਆ, ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਿਆਂ ਨਾਲ ਇੱਕ ਚਿਹਰੇ ਦੇ ਉੱਤੇ ਜਿਹੜਾ ਖੜਾਅ ਸੀ ਨਾ ਉਹ ਵੱਖਰੀ ਤਰ੍ਹਾਂ ਦਾ ਸੀ। ਪ੍ਰਸੰਨਤਾ ਜਿਹੜੀ ਕੇਵਲ ਅੰਦਰ ਹੀ ਨਹੀਂ ਬਾਹਰੋਂ ਵੀ ਝਲਕਦੀ ਸੀ ਕਿ ਬੜਾ ਪ੍ਰਸੰਨ ਹੋਇਆ। ਚਰਨ ਕਮਲ ਪਾਰ ਬੰਧਨ ਧਾਰੇ, ਬਹੁਰੋ ਠਾਂਡੋ ਰਹੋ ਅਗਾਰੇ। ਇਹਨੇ ਆ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ, ਫਿਰ ਸਾਹਮਣੇ ਹੱਥ ਜੋੜ ਕੇ ਖਲੋ ਗਿਆ, ਖੜਾ ਰਿਹਾ। ਕਿਰਪਾ ਦ੍ਰਿਸ਼ਟ ਅਵਲੋਕ ਗੁਸਾਈ, ਸਿਰ ਮੁਖ ਕੋਮਲ ਗਿਰਾ ਅਲਾਈ। ਜਦੋਂ ਬਾਲਕ ਕੁਛ ਸਮਾਂ ਖੜਾ ਰਿਹਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਨਾਲ ਪਹਿਲੋਂ ਨਿਗਾਹ ਭਰ ਕੇ ਦੇਖਿਆ, ਤੇ ਵੇਖ ਕੇ ਫਿਰ ਬੜੇ ਮਿੱਠੇ ਕੋਮਲ ਬਚਨ ਕਰਦੇ ਹੋਏ ਗੁਰੂ ਸਾਹਿਬ ਜੀ ਕਹਿਣ ਲੱਗੇ, ਕਹੋ ਬਾਲਕ ਕੋ ਹੈ ਤਵ ਨਾਮੁ, ਕੌਣ ਗ੍ਰਾਮ ਮੈਂ ਤੇਰੋ ਧੰਮ। ਸਤਿਗੁਰੂ ਜੀ ਕਹਿੰਦੇ ਨੇ ਬਾਲਕ ਬੱਚੇ ਤੇਰਾ ਨਾਮ ਕੀ ਹੈ, ਤੇਰਾ ਘਰ ਕਿਹੜੇ ਪਿੰਡ ਵਿੱਚ, ਪਿੰਡ ਕਿਹੜਾ ਹੈ। ਕਿਹ ਕੋ ਤਾਤ ਸੋ ਦਿਓ ਬਤਾਏ, ਅਜਾ ਚਰਾਏ ਕਿ ਆਪਣ ਪਰਾਈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਤੂੰ ਪੁੱਤਰ ਕਹਿੰਦਾ, ਤੇਰੇ ਪਿਤਾ ਮਾਤਾ ਪਿਤਾ ਦਾ ਨਾਂ ਕੀ ਹੈ। ਇਹ ਜਿਹੜੀਆਂ ਬੱਕਰੀਆਂ ਚਰਾ ਰਹੇ ਤੇਰੀਆਂ ਤੁਹਾਡੀਆਂ ਆਪਣੀਆਂ ਨੇ ਕਿ ਜਾਂ ਕਿਸੇ ਦੀਆਂ ਵੀ ਨੇ। ਕਿਉਂਕਿ ਪਹਿਲੇ ਸਮੇਂ ਐਸੇ ਸਨ ਨਾ ਕਿ ਕਈ ਘਰਾਂ ਦੀਆਂ ਬੱਕਰੀਆਂ ਗਾਵਾਂ ਮੱਝਾਂ ਚਰਾਂਦਾ ਬਹੁਤ ਸਨ। ਇੱਕੋ ਹੀ ਜਾਣਾ ਬਾਲਕ ਕੀ ਸਿਆਣਾ ਕੀ ਇੱਕੋ ਹੀ ਜਾਣਾ ਲੈ ਜਾਂਦਾ ਸੀ, ਚਰਾ ਕੇ ਸ਼ਾਮ ਤੱਕ ਵਾਪਸ ਲੈ ਆਉਂਦਾ। ਸਤਿਗੁਰੂ ਜੀ ਕਹਿੰਦੇ ਨੇ ਇਹ ਬੱਕਰੀਆਂ ਆਪਣੀਆਂ ਨੇ ਜਾਂ ਕਿਸੇ ਦੀਆਂ ਨੇ। ਸੁਣ ਕੈ ਸਿਸਨੇ ਬਚਨ ਉਚਾਰੇ, ਘਰ ਹੈ ਨਿਕਟ ਜੋ ਗ੍ਰਾਮ ਤੁਮਹਾਰੇ। ਹੁਣ ਉਹ ਬਾਲਕ ਨੇ ਬਾਲਕਾਂ ਵਾਲਾ ਜਵਾਬ ਦਿੱਤਾ ਕਿ ਸਤਿਗੁਰੂ ਜੀ ਪਿੰਡ ਜਿਹੜਾ ਸਾਹਮਣੇ ਤੁਸੀਂ ਵੇਖ ਰਹੇ ਹੋ, ਜਿਹੜੇ ਪਿੰਡ ਵਿੱਚ ਆ ਕੇ ਬੈਠੇ ਹੋ, ਪਿੰਡ ਤੋਂ ਬਾਹਰ ਇਹ ਮੇਰਾ ਪਿੰਡ ਹੈ, ਇੱਥੇ ਮੇਰਾ ਘਰ ਹੈ। ਬੂੜਾ ਆਖਿਐ ਮੇਰੋ ਨ ਜਾਨੋ, ਬਰਨ ਜਟੇਟਾ ਹਿਰਦੇ ਪਛਾਨੋ। ਹੁਣ ਸਿੱਧਾ ਜਿਹਾ ਜਵਾਬ ਦਿੱਤਾ ਕਿ ਮੇਰਾ ਨਾਮ ਬੂੜਾ ਹੈ, ਤੇ ਹੈ ਮੈਂ ਜੱਟ, ਬਸੇ ਸਮਝ ਲਓ ਮੈਂ ਜੱਟਾਂ ਦਾ ਪੁੱਤਰ ਹਾਂ। ਮਾਤ ਪਿਤਾ ਕੇ ਆਇਸ ਪਾਈ, ਅਜਾ ਚਰਾਵਤ ਆਪਣ ਪਰਾਈ। ਬਸ ਮੈਂ ਤੇ ਆਪਣੇ ਮਾਤਾ ਪਿਤਾ ਦੀ ਆਗਿਆ ਲੈ ਕੇ ਆਪਣੀਆਂ ਬੱਕਰੀਆਂ ਕੋਲ ਵੀ ਲਿਆ, ਤੇ ਹੋਰ ਗੁਆਂਢੀਆਂ ਦੀ ਵੀ ਨੇ, ਆਪਣੀਆਂ ਵੀ ਨੇ ਪਰਾਈਆਂ ਵੀ ਨੇ, ਉਹਨਾਂ ਨੂੰ ਚਾਰ ਰਿਹਾ। ਗੁਰੂ ਬਣਿਓ ਕਰੀਏ ਨਿਜ ਕਾਰੀ, ਜਾਏ ਲਿਹੋ ਨਿਜ ਅਜਾ ਸੰਭਾਰੀ। ਬਸ ਇਹ ਪਹਿਲੀ ਮਿਲਣੀ ਸੀ, ਔਰ ਸਿਰਫ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਇੰਨੇ ਬਚਨ ਵਿਲਾਸ ਹੋਏ। ਸਤਿਗੁਰੂ ਕਹਿੰਦੇ ਨੇ ਬਾਲਕ ਜਾਓ, ਹੁਣ ਜਾ ਕੇ ਆਪਣੀਆਂ ਤੇ ਉਹ ਜਿਹੜੀਆਂ ਬੱਕਰੀਆਂ ਨੇ ਉਹਨਾਂ ਨੂੰ ਸੰਭਾਲੋ, ਆਪਣਾ ਜਾ ਕੇ ਕੰਮ ਕਰੋ। ਸਿਸ ਕਹਿ ਸੰਸਾ ਪਾਮਨ ਮਾਹੀ, ਪ੍ਰਥਮ ਬੁਲਾਇਓ ਆਪਣੇ ਪਾਹੀ। ਹੁਣ ਉਹ ਬਾਲਕ ਕਹਿੰਦਾ ਕਿ ਇਹ ਸੁਣ ਕੇ ਕਹਿੰਦੇ ਮੇਰੇ ਮਨ ਵਿੱਚ ਸ਼ੰਕਾ ਆ ਗਿਆ ਹੈ। ਸਤਿਗੁਰੂ ਜੀ ਕਹਿੰਦੇ ਕੀ ਸ਼ੰਕਾ ਆਇਆ ਭਾਈ?
कि पहला तुसीं मैनूं अपने कोल बुलाया सी, कोई काम वास्ते बुलाया होएगा, कुछ कहण लई बुलाया होएगा। बहुर न कारज कछु बतायो, जाहो अबै मुख ते फुरमायो। अपने कोल बुला के फिर तुसीं मैनूं कोई काम दस्सिया भी नहीं, काम कोई किया भी नहीं, बस हुण कहंदे कि जाओ। जो रावर को काज न कोई, क्यों हकारने आयस होई। जे आप जी नूं मेरे नाल कोई काम ही नहीं सी तो फिर मैनूं बुलाउण दा हुक्म क्यों कीता, बुलाए क्यों। देखो प्यार दे खेडे नूं प्यार वाले जानते ने, अंदर दीयां गल्लां ने। भगत कबीर जी भी रब नाल जदों गल्लां करदे ने ना तो फिर हंकार दे विच नहीं, प्यार दे विच करदे ने। ते रब नूं कहंदे ने, हे परमेश्वर जी झगड़ा एक नबेरो, कहंदे झगड़ा एक नबेरो राम। रब जी मेरा एक मन का झगड़ा नूं खत्म करूगा। जो तुम अपने जन सो काम, जे तुहानूं अपने सेवक नाल कोई काम है ना, फिर पहलों मेरा झगड़ा नबेड़ो। हुण प्यार दी गल्लां ने ना, ते झगड़ा की सी। कहंदे लोग तुरे जांदे ने तीर्थां ते भज्जे जांदे ने, वेख रिहा, पर मैनूं तो ये नहीं समझ आई कि तीर्थ वड्डा कि हर का दास। तीर्थ वड्डा हुंदा जां नाम जपण वाले वड्डे हुंदे ने। हुण प्रेम की खेड है कि पहलों सतगुरु जी तुसीं बुलाया है तो हुण कोई काम भी नहीं दस्सिया, कोई हुक्म भी नहीं कीता, ते जे कुछ कहना ही नहीं सी फिर बुलाया ही क्यों। श्री गुर कहियो जो निकट हकारा, कौन देव दोष इस बिखे निहारा। सतगुरु जी मुस्कुरा के कहते हैं, भाई जे तेनों बुला लिया है तो इहदे विच कोई गलती तो नहीं होगी, दोष तो नहीं कोई हो गया, इहदे च माड़ा काम तो नहीं कोई कीता। मिलने बोलण अपन पराई, बुद्ध सुध सगरे परै लखाई। सतगुरु कहते हैं भाई बालक, कहते बच्चा मिल के एक दूजे नाल कोई पुछ पुछा के गलबात करके अपने पराए की पछाण हो जाती है, हाल चाल पता लग जाता है। बस मिलना जुलना तो इन्ना ही होंदा ना कि पुछ ले तू कौन है मैं कौन हाँ, मिलाप करके प्यार बनता है ना। तो जे तुहानूं बुलाया है, बुला के कोई माड़ा नहीं किया। बूढ़ा सुनगा बंधन करके, बधो प्रेम और रहो बिचर कै। ये सुन के बाबा बुढ़ा साहिब जी दोवें हाथ जोड़े और नमस्कार करके उतों चले गए। पर पता नहीं गुरु साहब के इन्ने को वचन सुन के कि अंदर केड़ा दीवा जगया, इन्ना अंदर प्यार सी कि अंदर का वो खड़ा जिहड़ा है दुगना चुगना हो रहा है। बड़े प्रसन्न ने। संध्या लो निज अजा चराए, जाए सदन पुण रहन बिताई। शाम तक वो बकरियां चराउंदे रहे, पर धन गुरु नानक देव सच्चे पातशाह जी के बोल बार बार करना च वजे। गुरु साहब का चेहरा बार बार सामने आए कि गलबात करके अपने पराए की खबर लगती है, समझ लगती है ये कोई मेरे अपने ने। कहते बार बार ध्यान गुरु साहब के चरणों के विच जाए। रात लंगर पानी छक के बाबा बुढ़ा साहब जी ने घर दे विच रात गुजारी। श्री अंगद सुनिए कह बाला, मैं तब बूझण करे कृपाला। ते भाई बाला जी कहते हैं, हे सतगुरु धन गुरु अंगद साहब जी अगे सुनो। फिर उस वेले मैं धन गुरु नानक साहब जी नूं पुछण दे वास्ते सवाल किया, बेनती करके गया। यह बालक जो निकट बुलावा, ते सो बचन बिलास अलावा। क्योंकि भाई बाला जी इन्ना को तो जानते हैं, सतगुरु दे नाल रहिंदे ने कि जे गुरु साहब जी ने आप आवाज़ मार के बुलाया है तो ये बालक फिर आम बालका वर्गा नहीं, ये बच्चा को खास होगा। इस करके पूछते हैं कि सतगुरु जी तुसीं इहनूं अपने कोल बुलाया
ਇਹਦੇ ਨਾਲ ਬਚਨ ਬਲਾਸ ਬਸ ਇੰਨੇ ਕੁ ਕੀਤੇ, ਨਾ ਹੀ ਪੁੱਛਿਆ ਹੈ ਕੌਣ ਹੈ ਕਿਉ ਨਿਕਟ ਹਕਾਰਾ, ਮੁਝੇ ਪ੍ਰਤੰਤ ਸੁਣਾਵੋ ਸਾਰਾ। ਸਤਿਗੁਰੂ ਜੀ ਬਾਲਕ ਕੌਣ ਹੈ, ਇਹਨੂੰ ਆਪਣੇ ਕੋਲ ਕਿਉਂ ਬੁਲਾਇਆ ਹੈ? ਕਿਉਂਕਿ ਕੋਈ ਨਾ ਕੋਈ ਤਾਂ ਇਹਦੇ ਵਿੱਚ ਰੂਹਾਨੀਅਤ ਤਾਕਤ ਹੈ, ਕੋਈ ਨਾ ਕੋਈ ਆਪ ਜੀ ਇਹਦੇ 'ਤੇ ਕਿਰਪਾ ਕਰਨ ਵਾਸਤੇ ਇਹਨੂੰ ਬੁਲਾਇਆ ਹੋਵੇਗਾ। ਇਹ ਹੈ ਕੌਣ ਅਤੇ ਤੁਸੀਂ ਕੋਲ ਬੁਲਾਇਆ ਕਿਉਂ? ਸਾਰਾ ਵਰਤਾਂਤ ਮੈਨੂੰ ਸੁਣਾਓ। ਪੜ੍ਹਿਓ ਪ੍ਰਭੂ ਇਹ ਹੈ ਮਤਵੰਤਾ, ਕਿਤਕ ਦਿਵਸ ਮੈਂ ਪੂਰਨ ਸੰਤਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਬਾਲਾ ਜੀ ਨੇ ਜਿਹੜੇ ਕਰਕੇ ਸਵਾਲ ਕੀਤਾ, ਭਾਈ ਬਾਲਾ ਜੀ ਨੂੰ ਕਹਿੰਦੇ ਨੇ ਕਿ ਬਾਲੇ ਜੋ ਕੁਛ ਤੂੰ ਸੋਚ ਰਿਹਾ ਹੈ ਬਿਲਕੁਲ ਠੀਕ ਉਸੇ ਤਰ੍ਹਾਂ ਹੀ ਹੈ। ਇਹ ਆਮ ਬਾਲਕ ਨਹੀਂ, ਬੜਾ ਸਿਆਣਾ ਹੈ। ਇਸ ਵਿੱਚ ਬੁੜਾ ਨਹੀਂ, ਇਹ ਤਾਂ ਬੁੱਢਾ ਹੈ। ਇਹਦੀਆਂ ਗੱਲਾਂ ਵੀ ਬੁੱਢਿਆਂ ਵਾਲੀਆਂ ਨੇ। ਔਰ ਬਸ ਕਹਿੰਦੇ ਇੱਕ ਅੱਧਾ ਦਿਨ ਰੁਕ ਜਾ। ਇਹਦੇ ਅੰਦਰ ਇੱਕ ਉਹ ਗਿਆਨ ਹੈ, ਬ੍ਰਹਮ ਦਾ ਗਿਆਨ ਹੈ। ਇਹ ਉਹ ਸੰਤਾਂ ਦਾ ਸੰਤ ਹੈ। ਬਸ ਉਹ ਦੀਵਾ ਬਣਨ ਦੀ ਦੇਰ ਹੈ। ਇਹ ਬੜਾ ਵੱਡਾ ਸੰਤ, ਇੱਕ ਬ੍ਰਹਮ ਗਿਆਨੀ ਹੈ। ਬਸ ਸਿਰਫ ਉਹ ਦੀਵਾ ਬਲਣ ਦੀ ਦੇਰ ਹੈ। ਹੁਣ ਸਤਿਗੁਰੂ ਜੀ ਜਿਵੇਂ ਦੀਵਾ ਬਾਲਦੇ ਨੇ, ਜਿਵੇਂ ਭਾਈ ਬਾਲਾ ਜੀ ਨੂੰ ਸਮਝਾ ਰਹੇ ਨੇ, ਇਹ ਆਪਾਂ ਰਹਿੰਦਾ ਪ੍ਰਸੰਗ ਕੱਲ੍ਹ ਸਾਂਝਾ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਇਤਨੀ ਬੇਨਤੀ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ